ਹੈਲੋ ਗੁੱਡ ਮਾਰਨਿੰਗ ਬੱਚੇ। ਬੇਟਾ ਅੱਜ ਆਪਾਂ ਕਰਨਾ ਆ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ। ਠੀਕ ਹੈ, ਇਹਨੂੰ ਸ਼ਾਰਟ ਦੇ ਵਿੱਚ ਲਿਖ ਦਿੰਦੇ SN ਰਿਐਕਸ਼ਨਸ। ਇਹ ਦੋ ਟਾਈਪਸ ਦੀਆਂ ਹੁੰਦੀਆਂ, ਇੱਕ ਹੁੰਦੀ SN1, ਇੱਕ SN2। ਜਿਹੜੀ SN1 ਹੁੰਦੀ ਆ ਉਹਨੂੰ ਬੋਲਦੇ ਆ ਯੂਨੀਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਓਕੇ, ਤੇ ਜਿਹੜੀ SN2 ਹੁੰਦੀ ਆ ਉਹਨੂੰ ਬੋਲਦੇ ਆ ਬਾਇਓਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਠੀਕ ਹੈ, ਇਹਦੇ ਵਿੱਚ ਆਪਾਂ ਪਹਿਲਾਂ ਕਰਾਂਗੇ ਬਾਈਮੋਲੀਕੂਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਮੀਨਸ SN2 ਰਿਐਕਸ਼ਨ। ਠੀਕ ਹੈ, ਇਹ ਜਿਹੜੀ ਰਿਐਕਸ਼ਨ ਆ ਨਾ ਇਹਦੇ ਬਾਰੇ ਥੋੜਾ ਲਿਖ ਦੇਣਾ। ਠੀਕ ਹੈ, ਇੱਕ ਤਾਂ ਇਹ ਹੁੰਦੀ ਆ ਸਿੰਗਲ ਸਟੈਪ ਰਿਐਕਸ਼ਨ ਆ। ਠੀਕ ਹੈ, ਸਿੰਗਲ ਸਟੈਪ ਰਿਐਕਸ਼ਨ ਆ। ਠੀਕ ਹੈ, ਤੇ ਦੂਸਰਾ ਇਹਨੂੰ ਬਾਈਮੋਲੀਕੂਲਰ ਰਿਐਕਸ਼ਨ ਕਿਉਂ ਬੋਲਦੇ ਆ? ਕਿਉਂਕਿ ਆਰਡਰ ਆਫ ਰਿਐਕਸ਼ਨ, ਇਹ ਜਿਹੜੀ ਰਿਐਕਸ਼ਨ ਹੁੰਦੀ ਆ ਆਰਡਰ ਉਹਦਾ ਕਿੰਨਾ ਹੁੰਦਾ? ਆਰਡਰ ਆਫ ਰਿਐਕਸ਼ਨ ਇਜ਼ 2। ਇਹ ਰਿਐਕਸ਼ਨ ਦਾ ਆਰਡਰ 2 ਹੁੰਦਾ ਆ। ਹੁਣ ਆਰਡਰ ਕੀ ਹੁੰਦਾ ਆ? ਠੀਕ ਹੈ, ਅਗਰ ਕੋਈ ਇੱਦਾਂ ਰਿਐਕਸ਼ਨ ਆ A ਤੋਂ B ਬਣਦਾ ਪਿਆ। ਠੀਕ ਹੈ, ਹੁਣ ਇਹਦੇ ਵਿੱਚ ਜਿੰਨੇ ਰਿਐਕਟੈਂਟ ਆ, ਠੀਕ ਹੈ ਨਾ, ਕਿੰਨੇ ਰਿਐਕਟੈਂਟ ਆ? ਇੱਕ ਹੀ ਰਿਐਕਟੈਂਟ ਆ, ਤਾਂ ਕਰਕੇ ਇਹਦਾ ਆਰਡਰ ਕਿੰਨਾ ਆਉਂਦਾ ਪਿਆ? ਇਹਦਾ ਆਰਡਰ 1 ਆਉਂਦਾ ਪਿਆ। ਠੀਕ ਹੈ, ਅਗਰ ਕੋਈ ਇਸ ਤਰ੍ਹਾਂ ਦੀ ਰਿਐਕਸ਼ਨ ਹੋਵੇ A ਜਮਾ B ਤੋਂ ਮਿਲ ਕੇ ਕਿੰਨਾ ਬਣਦਾ ਪਿਆ? C ਬਣਦਾ ਪਿਆ। ਹੁਣ ਇਹਦੇ ਵਿੱਚ ਕਿੰਨੇ ਰਿਐਕਟੈਂਟ ਆ? 1 ਤੇ 2 ਰਿਐਕਟੈਂਟ ਆ, ਆਰਡਰ ਕਿੰਨਾ ਹੋਊਗਾ? ਆਰਡਰ 2 ਹੋਊਗਾ। ਠੀਕ ਹੈ, ਮਤਲਬ ਕਿ ਰਿਐਕਟੈਂਟਸ ਦੀ ਪਾਵਰ ਹੁੰਦੀ ਆ ਉਹਨਾਂ ਨੂੰ ਐਡ ਕਰਨਾ ਆਪਾਂ। ਠੀਕ ਹੈ, ਰਿਐਕਟੈਂਟਸ ਦੇ ਕੋਫੀਸ਼ੀਐਂਟ ਜਿਹੜੇ ਜੋ ਵੀ ਮੂਹਰੇ ਲੱਗਾ ਹੁੰਦਾ। ਜੇ ਹੁਣ ਇੱਦਾਂ ਹੋਵੇ 2C ਤੋਂ D ਬਣਿਆ, ਇਹਦੇ ਵਿੱਚ ਆਰਡਰ ਕਿੰਨਾ ਹੋਊਗਾ? ਇਹਦੇ ਵਿੱਚ ਆਰਡਰ ਆ ਜਾਣਾ ਕਿੰਨੇ ਮੋਲੀਕਿਊਲ ਆ? 2 ਦੇ C, ਤਾਂ ਕਰਕੇ ਇਹਦਾ ਆਰਡਰ ਕਿੰਨਾ ਆ ਜਾਣਾ? 2। ਇਹ ਜਿਹੜਾ ਨਾ ਕੈਮੀਕਲ ਕਾਈਨੈਟਿਕਸ ਚੈਪਟਰ ਆ, ਠੀਕ ਹੈ, ਅਗਰ ਤੁਸੀਂ ਕੀਤਾ ਹੋਇਆ ਤਾਂ ਉਹਦੇ ਵਿੱਚੋਂ ਤੁਹਾਨੂੰ ਵਧੀਆ ਲੱਗ ਜਾਣਾ। ਅਗਰ ਨਹੀਂ ਕੀਤਾ ਹੋਇਆ ਤਾਂ ਉਹਦੀ ਵੀਡੀਓ ਵੀ ਮੈਂ ਅਪਲੋਡ ਕਰਨੀ ਹੈ ਥੋੜ੍ਹੇ ਟਾਈਮ ਤੱਕ। ਤੁਸੀਂ ਇਹ ਰਿਐਕਸ਼ਨ ਦੇ ਵਿੱਚ ਇਹਦੇ ਵਿੱਚ ਦੇਖਣਾ ਕੀ ਹੈ? ਇੱਕ ਮਿਥਾਈਲ ਰੈਡੀਕਲ ਲਿਆ ਤੁਸੀਂ। ਠੀਕ ਹੈ, ਮਿਥਾਈਲ ਨਹੀਂ, ਕਲੋਰੋਮੀਥੇਨ ਲਈ। ਠੀਕ ਹੈ, ਟੈਟਰਾਹਾਈਡਰਲ ਸ਼ੇਪ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਪਿੱਛੋਂ ਕਿਸੇ ਨਿਊਕਲੀਓਫਾਈਲ ਨੇ ਅਟੈਕ ਕੀਤਾ। ਨਿਊਕਲੀਓਫਾਈਲ ਮੈਂ ਦੱਸ ਚੁੱਕਾ ਹਾਂ, ਕੋਈ ਵੀ ਚੀਜ਼ ਜਿਹਦੇ ਤੇ ਨੈਗੇਟਿਵ ਚਾਰਜ ਹੋਵੇ। OH ਨੈਗੇਟਿਵ ਨੇ ਅਟੈਕ ਕੀਤਾ। ਹੁਣ ਇਹਦੇ ਵਿੱਚੋਂ ਇਹਨੇ ਨੈਗੇਟਿਵ ਨੇ ਅਟੈਕ ਕਰਨਾ ਆ। ਕਾਰਬਨ ਤੇ ਕਲੋਰੀਨ ਦੇ ਵਿੱਚੋਂ ਕਲੋਰੀਨ ਇਲੈਕਟ੍ਰੋਨੈਗੇਟਿਵ ਆ, ਤਾਂ ਕਰਕੇ ਇਹਨੇ ਇਲੈਕਟ੍ਰੋਨ ਨੂੰ ਆਪਣੇ ਵੱਲ ਖਿੱਚ ਕੇ ਰੱਖਣਾ। ਜੇ ਆਪਣੇ ਵੱਲ ਖਿੱਚਿਆ ਹੋਇਆ ਇੱਧਰ ਪਾਰਸ਼ਲ ਨੈਗੇਟਿਵ ਚਾਰਜ ਆ। ਠੀਕ ਹੈ, ਕਾਰਬਨ ਕੋਲੋਂ ਇਲੈਕਟ੍ਰੋਨ ਖਿੱਚੇ ਹੋਏ ਇੱਥੇ ਪਾਰਸ਼ਲ ਪੋਜ਼ਿਟਿਵ ਚਾਰਜ ਆ। ਹੁਣ ਹੋਣਾ ਕੀ? ਇਹ ਨੈਗੇਟਿਵ ਨੇ ਅਟੈਕ ਕਰਨਾ ਇਹ ਵਾਲੀ ਕਾਰਬਨ ਤੇ ਇਹ ਬੌਂਡ ਦੀ ਬ੍ਰੇਕਡਾਊਨ ਹੋਣੀ ਸ਼ੁਰੂ ਹੋ ਜਾਣੀ ਹੈ। ਠੀਕ ਹੈ, ਤੇ ਇਹਨੂੰ ਲਿਖਦੇ ਕਿਸ ਤਰ੍ਹਾਂ? ਇਹਨੂੰ ਕੀ ਇਹ ਸਾਡੇ ਕੋਲ ਹੈਗਾ ਨਿਊਕਲੀਓਫਾਈਲ। ਠੀਕ ਹੈ, ਇਹ ਤੁਹਾਨੂੰ ਪਤਾ ਹੀ ਆ, ਮਿਥਾਈਲ ਕਲੋਰਾਈਡ। ਠੀਕ ਹੈ, ਹੁਣ ਹੋਇਆ ਕਿ ਜਿਹੜਾ ਇਹ ਤੋਂ ਬਾਅਦ ਚ ਇੱਕ 5 ਮੈਂਬਰਡ, ਇੱਕ ਹਾਈਡਰੋਜਨ ਉੱਪਰ ਆ, 2 ਹਾਈਡਰੋਜਨ ਨੀਚੇ ਆ। ਠੀਕ ਹੈ, ਇਸ ਤਰ੍ਹਾਂ ਲਿਖ ਲਿਆ। ਹੁਣ ਆ ਜਿਹੜਾ Cl ਆ ਉਹਨੇ ਕਾਰਬਨ ਦੇ ਨਾਲ ਬੌਂਡ ਫਾਰਮੇਸ਼ਨ ਸ਼ੁਰੂ ਕਰ ਦੇਣਾ। ਮਤਲਬ ਕਿ OH ਮੈਂ ਇਸ ਤਰ੍ਹਾਂ ਲਿਖਤਾ ਕਿ OH ਨਾਲ ਮਤਲਬ ਕਿ ਬਿਲਕੁਲ ਡਾਰਕ ਲਾਈਨ ਨਹੀਂ ਕੀਤੀ, ਡਾਟਡ ਲਗਾਈ, ਮੀਨਸ ਬੌਂਡ ਫਾਰਮੇਸ਼ਨ ਸ਼ੁਰੂ ਹੋ ਗਈ। ਇਹ ਤੇ ਨੈਗੇਟਿਵ ਚਾਰਜ ਸੀਗਾ, ਉਹ ਪਾਰਸ਼ਲ ਨੈਗੇਟਿਵ ਰਹਿ ਗਿਆ। ਠੀਕ ਹੈ, ਦੂਸਰੇ ਪਾਸੇ ਕੀ ਹੋਇਆ? Cl ਇਹ ਵਾਲਾ ਬੌਂਡ ਟੁੱਟਣਾ ਸ਼ੁਰੂ ਹੋ ਗਿਆ। ਪਹਿਲਾਂ ਕੀ ਸੀਗਾ? ਪਹਿਲਾਂ ਪੂਰਾ ਡਾਰਕ ਬੌਂਡ ਸੀਗਾ। ਠੀਕ ਹੈ, ਜਿਹੜਾ ਟੁੱਟਣਾ ਸ਼ੁਰੂ ਹੋ ਗਿਆ ਇਹਨੂੰ ਡਾਟਡ ਲਿਖ ਦਿੱਤਾ। ਇਹ ਕੀ ਬਣ ਗਿਆ? Cl, ਇਹ ਤੇ ਵੀ ਪਾਰਸ਼ਲ ਨੈਗੇਟਿਵ ਚਾਰਜ। ਠੀਕ ਹੈ, ਇਹ ਜਿਹੜੀ ਚੀਜ਼ ਬਣੀ ਇਹਨੂੰ ਬੋਲਦੇ ਆ ਟ੍ਰਾਂਜੀਸ਼ਨ ਸਟੇਟ। ਕਿਆ ਬੋਲਦੇ ਆ? ਟ੍ਰਾਂਜੀਸ਼ਨ ਸਟੇਟ। ਠੀਕ ਹੈ, ਤੇ ਫਿਰ ਉਹਦੇ ਬਾਅਦ ਵਿੱਚ ਟ੍ਰਾਂਜੀਸ਼ਨ ਸਟੇਟ ਹੋ ਗਈ ਹੈ ਜਦੋਂ ਇਹਨੇ ਲੀਵ ਕਰ ਜਾਣਾ। ਹੁਣ ਅਗਲੇ ਸਟੈਪ ਦੇ ਵਿੱਚ ਇਹ ਬਾਹਰ ਨਿਕਲ ਗਿਆ, ਬਣ ਕੇ ਗਿਆ OH ਇੱਧਰ ਆ ਗਿਆ। ਠੀਕ ਹੈ, H ਤੇ H ਪਲੱਸ Cl ਨੈਗੇਟਿਵ ਬਾਹਰ ਚਲਾ ਗਿਆ। ਇਹ ਕੀ ਬਣ ਗਿਆ? ਮਿਥਾਈਲ ਐਲਕੋਹਲ।
ठीक है। हुण जिहड़ा ये वाला मैकानिज़म आ, ठीक है, ये हैगा SN2 मैकानिज़म, ठीक है। इनू SN2 मैकानिज़म काते बोलते आ, इहदे विच देखो हुण एक तो सिंगल स्टैप आ, इहदे विच रिएक्टेंट किहड़ी चीज़ आ, दो रिएक्टेंट आ। जे मैं इहदा इहदे विच रेट लिखना होवे, रेट आना आ एक OH नैगेटिव, एक हैगा CH3Cl आ, दूसरा क्या आ OH नैगेटिव। हुण इहदी पावर भी एक आ, इहदी पावर भी एक आ। ऑर्डर कितना आ गया, ऑर्डर आ जाना 1 + 1 = 2। ऑर्डर की हुंदा है तुसी कैमीकल काइनैटिक्स दे विच पढ़िया होया, ठीक है। जे तुहाडे कोल जिद्दां मैं तो एक बारी दस दवां रिएक्शन लिखनी है, जे A तो B बनदा पिया, जे मैं इहदा रेट लिखना होवे, रेट की आना आ K, मतलब कि K कॉन्सटेंट हुंदा है, मतलब कि जिहड़ा रिएक्टेंट आ ਉਹਨੂੰ ਉਹਦੀ ਪਾਵਰ ਲਿਖ ਦੇਣਾ। ਹੁਣ ਜੇ ਇਹਦੀ ਪਾਵਰ 1 ਆ ਤਾਂ ਆਰਡਰ ਕਿੰਨਾ ਆਣਾ 1, ਠੀਕ ਹੈ। ਜੇ ਦੋ ਰਿਐਕਟੈਂਟ ਹੋਊਗੀ ਆਹ ਰਿਐਕਸ਼ਨ ਲਈ ਆਪਾਂ ਰੇਟ ਕਿੱਦਾਂ ਲਿਖਾਂਗੇ, ਉਹਦੇ ਲਈ ਰੇਟ ਲਿਖਾਂਗੇ ਰੇਟ = K × A, ਕਿਉਂਕਿ ਇੱਕ A ਸੀਗਾ ਇੱਕ B ਸੀਗਾ, ਇਹਦੀ ਪਾਵਰ 1 ਆ ਇਹਦੀ ਪਾਵਰ 1 ਆ, 1 + 1 ਕਿੰਨਾ ਆ ਗਿਆ 2, ਆਰਡਰ ਕਿੰਨਾ ਆ ਗਿਆ 2। ਇਹਦੇ ਵਿੱਚ ਦੋ ਰਿਐਕਟੈਂਟ ਆ, ਇਹਨੂੰ ਇਸ ਤਰ੍ਹਾਂ ਲਿਖ ਕੇ 1 + 1 ਆਰਡਰ ਕਿੰਨਾ ਆ ਗਿਆ 2। ਇਹ ਜਿਹੜੀ ਰਿਐਕਸ਼ਨ ਆ ਹੈਗੀ ਸਿੰਗਲ ਸਟੈਪ ਰਿਐਕਸ਼ਨ ਆ, ਬਟ ਇਹਦੇ ਵਿੱਚ ਆਰਡਰ ਆਫ ਰਿਐਕਸ਼ਨ ਕਿਆ 2, ਤਾਂ ਕਰਕੇ ਰਿਐਕਸ਼ਨ ਨੂੰ ਕਿਆ ਬੋਲਦੇ ਆ, ਬਾਈ ਮੋਲੀਕਿਊਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਹੁਣ ਨਿਊਕਲੀਓਫਿਲਿਕ ਕਾਹਦੇ ਬੋਲਦੀ ਪਈ ਆ, ਕਿਉਂਕਿ ਨਿਊਕਲੀਓਫਾਈਲ ਦਾ ਅਟੈਕ ਹੋ ਰਿਹਾ। ਸਬਸਟੀਟਿਊਸ਼ਨ ਮੀਨਸ Cl ਨੂੰ ਰਿਪਲੇਸ ਕਰਕੇ ਉਹਦੀ ਜਗ੍ਹਾ OH ਨੈਗੇਟਿਵ OH ਬੈਠਦਾ ਪਿਆ ਹੈ, ਠੀਕ ਹੈ। ਤਾਂ ਕਰਕੇ ਬਾਈ ਮੋਲੀਕਿਊਲਰ ਆਰਡਰ 2 ਆ, ਨਿਊਕਲੀਓਫਾਈਲ ਮੀਨਸ ਨੈਗੇਟਿਵ ਚਾਰਜ ਅਟੈਕ ਕਰਦਾ ਪਿਆ, ਸਬਸਟੀਟਿਊਸ਼ਨ ਮੀਨਸ ਰਿਪਲੇਸਮੈਂਟ ਹੋ ਰਹੀ ਆ, ਠੀਕ ਹੈ। ਇਸ ਤਰ੍ਹਾਂ ਤੁਸੀਂ ਇਹਨੂੰ ਯਾਦ ਰੱਖਣਾ। ਇਹ ਸਾਡੇ ਕੋਲ ਹੁੰਦੀ ਹੈ ਇਹਦੇ ਵਿੱਚ 5 ਮੈਂਬਰਡ ਟ੍ਰਾਂਜੀਸ਼ਨ ਸਟੇਟ, ਓਕੇ। ਤੇ ਹੁਣ ਇਹਦੇ ਵਿੱਚ ਇੱਕ ਚੀਜ਼ ਯਾਦ ਰੱਖਣੀ ਹੈ, ਪਹਿਲਾਂ OH ਕਿਸ ਸਾਈਡ ਸੀਗਾ, ਪਹਿਲਾਂ Cl, ਦੇਖੋ Cl ਇਹਦੇ ਰਾਈਟ ਹੈਂਡ ਸਾਈਡ ਜੁੜਿਆ ਹੋਇਆ ਆ, ਬਟ ਜਿਹੜਾ ਪ੍ਰੋਡਕਟ ਬਣਿਆ ਉਹਦੇ OH ਕਿੱਧਰਲੇ ਪਾਸੇ ਆ, ਲੈਫਟ ਹੈਂਡ ਸਾਈਡ। ਤੁਸੀਂ ਯਾਦ ਰੱਖਣਾ ਇਹਦੇ ਵਿੱਚ ਕੀ ਹੋਈ ਹੈ, ਇਨਵਰਜਨ ਹੋਈ ਹੈ, ਇਨਵਰਜਨ ਆਫ ਕਨਫੀਗਰੇਸ਼ਨ। ਕੀ ਹੋਈ ਹੈ, ਇਨਵਰਜਨ ਆਫ ਕਨਫੀਗਰੇਸ਼ਨ, ਠੀਕ ਹੈ। ਯਾਦ ਰੱਖਣਾ ਇਨਵਰਜਨ ਕਿਆ, ਮਤਲਬ ਕਿ ਜਿੱਧਰੋਂ Cl ਗਰੁੱਪ ਲੀਵ ਕਰਿਆ, ਜਿੱਧਰੋਂ ਬਾਹਰ ਗਿਆ, ਉਹਦੇ ਦੂਸਰੇ ਪਾਸੇ ਓਪੋਜ਼ਿਟ ਸਾਈਡ ਅਟੈਕ ਹੋਇਆ OH ਦਾ, ਤਾਂ ਕਰਕੇ ਇਹਦੇ ਵਿੱਚ ਕੀ ਹੋਇਆ, ਇਨਵਰਜਨ ਕਨਫੀਗਰੇਸ਼ਨ ਆ, ਓਕੇ। ਤੇ ਹੁਣ ਇਹ ਹੀ ਆ ਇਹਦੇ ਵਿੱਚ, ਤੇ ਜਿਹੜੀ ਇਹਦੇ ਵਿੱਚ ਮੇਨ ਚੀਜ਼ ਆ, ਠੀਕ ਆ, ਉਹ ਹੈਗੀ ਆ ਹੁਣ ਰਿਐਕਟੀਵਿਟੀ ਆਰਡਰ ਆਫ ਡਿਫਰੈਂਟ ਅਲਕਾਈਲ ਹੈਲਾਈਡ, ਠੀਕ ਹੈ। ਅੱਗੇ ਹੈਗਾ ਆਰਡਰ ਆਫ reactivity of different alkyl halide ਕਿ ਰਿਐਕਟੀਵਿਟੀ ਆਰਡਰ ਕੀ ਆ, ਠੀਕ ਹੈ। ਤੁਸੀਂ ਇਹਦੇ ਵਿੱਚ ਯਾਦ ਰੱਖਣਾ, ਇਹਦੇ ਵਿੱਚ ਜਿਹੜੇ ਪ੍ਰਾਇਮਰੀ ਹੈਲਾਈਡ ਹੋਣਗੇ, ਠੀਕ ਹੈ, ਪ੍ਰਾਇਮਰੀ ਹੈਲਾਈਡ ਉਹ ਸਭ ਤੋਂ ਜ਼ਿਆਦਾ ਰਿਐਕਟਿਵ ਹੋਣਗੇ, ਉਹ ਤੋਂ ਘੱਟ ਹੋਣਗੇ ਸੈਕੰਡਰੀ ਹੈਲਾਈਡ, ਠੀਕ ਹੈ, ਤੇ ਸਭ ਤੋਂ ਘੱਟ ਹੋਣਗੇ ਟਰਸ਼ਰੀ ਹੈਲਾਈਡ, ਠੀਕ ਹੈ। ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰਾਇਮਰੀ ਸੈਕੰਡਰੀ ਟਰਸ਼ਰੀ ਹੈਲਾਈਡ ਕਿਹੜੇ ਆ, ਵੀ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਕੁ। ਹੁਣ ਦੇਖੋ, ਅਗਰ ਇੱਕ ਤਾਂ ਪਹਿਲਾਂ ਸਿੰਪਲ ਬਣਿਆ ਸੀਗਾ ਜਿਹੜਾ ਆਪਾਂ ਮਿਥਾਈਲ ਲਗਾਇਆ ਨਾ, ਇਹ ਮਿਥਾਈਲ ਦੀ ਤਾਂ ਇਹਦੀ ਇੱਕੋ ਹੀ ਹੁੰਦੀ ਆ, ਜਿੱਦਾਂ ਇੱਕ ਕਾਰਬਨ ਆ, ਠੀਕ ਹੈ, ਇਹਦੇ ਨਾਲ ਇੱਕ Cl ਜੁੜਿਆ ਹੋਇਆ, ਨਾਲ 2 ਹਾਈਡਰੋਜਨ ਆ, ਇੱਕ ਅਲਕਾਈਲ ਗਰੁੱਪ ਜੁੜਿਆ ਹੋਇਆ, ਠੀਕ ਹੈ। 2 ਹਾਈਡਰੋਜਨ ਆ, ਇੱਕ ਅਲਕਾਈਲ ਗਰੁੱਪ ਜੁੜਿਆ ਹੋਇਆ। ਅਗਰ ਇੱਕ ਅਲਕਾਈਲ ਗਰੁੱਪ ਆ ਤੇ ਉਹਨੂੰ ਕਿਆ ਬੋਲਦੇ ਆ, ਪ੍ਰਾਇਮਰੀ ਆ, ਠੀਕ ਹੈ। ਅਗਰ 2 ਅਲਕਾਈਲ ਗਰੁੱਪ ਜੁੜੇ ਹੋਏ ਆ ਤੇ ਇਹਨੂੰ ਆਪਾਂ ਕਿਆ ਬੋਲਾਂਗੇ, ਸੈਕੰਡਰੀ। ਅਗਰ 3 ਅਲਕਾਈਲ ਗਰੁੱਪ ਜੁੜੇ ਹੋਏ ਆ, 3 ਅਲਕਾਈਲ ਗਰੁੱਪ ਜੁੜੇ ਹੋਏ ਆ ਤੇ ਇਹਨੂੰ ਆਪਾਂ ਕਿਆ ਬੋਲਾਂਗੇ, ਟਰਸ਼ਰੀ, ਓਕੇ।
ਤੁਸੀਂ याद की रखना ਜਿਹੜੀ ਆਹ ਵਾਲੀ ਰਿਐਕਸ਼ਨ ਆ ਰਿਐਕਟੀਵਿਟੀ ਦਾ ਮਤਲਬ ਕਿ ਇਹ ਵਾਲੇ ਮੈਕੈਨਿਜ਼ਮ ਨਾਲ ਇਹਨਾਂ ਦੇ ਵਿੱਚੋਂ ਕਿਹੜਾ ਸਭ ਤੋਂ ਜਲਦੀ ਰਿਐਕਸ਼ਨ ਦਊਗਾ। SN2 ਮੈਕੈਨਿਜ਼ਮ ਦੇ ਅਕੋਰਡਿੰਗ ਜਿਹੜਾ ਪ੍ਰਾਇਮਰੀ ਹੋਣਾ ਇਹਨੇ ਸਭ ਤੋਂ ਜਲਦੀ ਰਿਐਕਸ਼ਨ ਦੇਣੀ ਆ, ਸੈਕੰਡਰੀ ਨੇ ਹੌਲੀ ਦੇਣੀ ਆ, ਟਰਸ਼ਰੀ ਨੇ ਸਭ ਤੋਂ ਹੌਲੀ ਰਿਐਕਸ਼ਨ ਦੇਣੀ ਆ। ਠੀਕ ਹੈ ਨਾ। ਇਹ ਆਰਡਰ ਆਫ ਰਿਐਕਟੀਵਿਟੀ ਤੁਸੀਂ ਯਾਦ ਰੱਖਣਾ ਕਿ ਇਹਦੇ ਲਈ ਆ ਫॉर SN2 ਰਿਐਕਸ਼ਨ ਬਾਈ ਮੋਲੀਕਿਊਲਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਇਹ ਅਜਿਹਾ ਕਿਉਂ ਹੁੰਦਾ ਹੈ। ਠੀਕ ਹੈ, ਇਹ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ। ਹੁਣ ਬੇਟਾ ਦੇਖੋ, ਮੈਂ ਸਭ ਤੋਂ ਪਹਿਲਾਂ ਤਾਂ ਇੱਕ ਮਿਥਾਈਲ, ਇਹ ਟੈਟਰਾਹੈਡਰਲ ਸ਼ੇਪ ਹੁੰਦੀ ਹੈ। ਠੀਕ ਹੈ, ਟੈਟਰਾਹੈਡਰਲ ਸ਼ੇਪ ਤੁਹਾਨੂੰ ਪਤਾ ਹੀ ਹੋਣੀ ਕਿਸ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਮੰਨ ਲਓ ਆ X ਲੱਗਾ ਹੋਇਆ ਕੋਈ ਵੀ ਹੈਲੋਜਨ ਐਟਮ। ਠੀਕ ਹੈ, ਹੁਣ ਇਹਦੇ ਵਿੱਚ ਹੁੰਦਾ ਕੀ ਹੈ, ਇਹਦੇ ਵਿੱਚ ਬੈਕ ਸਾਈਡ ਤੋਂ ਕੌਣ ਅਟੈਕ ਕਰਦਾ ਪਿਆ ਆ, ਨਿਊਕਲੀਓਫਾਈਲ। ਠੀਕ ਹੈ, ਹੁਣ ਹਾਈਡਰੋਜਨ ਦਾ ਸਾਈਜ਼ ਛੋਟਾ ਆ, ਇਹਦਾ ਵੀ ਹਾਈਡਰੋਜਨ ਦਾ ਸਾਈਜ਼ ਛੋਟਾ ਹੈ, ਇਹਦਾ ਵੀ। ਠੀਕ ਹੈ, ਤਾਂ ਕਰਕੇ ਨਿਊਕਲੀਓਫਾਈਲ ਬੜੇ ਆਰਾਮ ਨਾਲ ਅਟੈਕ ਕਰ ਲੈਂਦਾ। ਜਿੰਨੀ ਜਲਦੀ ਨਿਊਕਲੀਓਫਾਈਲ ਅਟੈਕ ਕਰੂਗਾ ਉਨੀ ਜਲਦੀ ਆ X ਨੇ ਬਾਹਰ ਚਲ ਜਾਣਾ, ਉਨਾ ਜ਼ਿਆਦਾ ਇਹ ਕੀ ਹੋਊਗਾ, ਰਿਐਕਸ਼ਨ ਤੇਜ਼ ਹੋਊਗੀ। ਠੀਕ ਹੈ, ਜੇ ਆਪਾਂ ਹੁਣ ਥੋੜਾ ਕਿ ਇਹਨੂੰ ਚੇਂਜ ਕਰ ਦਈਏ, ਇਹ ਸਿੰਪਲ ਸੀਗਾ ਜਿਹਦੇ ਵਿੱਚ ਸਾਰੇ ਹਾਈਡਰੋਜਨ ਲਏ ਆ। ਹੁਣ ਆਪਾਂ ਕੀ ਕਰਨਾ, ਇੱਕ ਇਹ ਵੀ ਹਾਈਡਰੋਜਨ ਲੈ ਲਓ, ਇਹ ਵੀ ਹਾਈਡਰੋਜਨ ਲੈ ਲਓ। ਇੱਥੇ ਹੁਣ ਆਪਾਂ ਲੈ ਲਿਆ CH3 ਅੱਗੇ। ਠੀਕ ਹੈ, ਮਿਥਾਈਲ CH3 ਮਿਥਾਈਲ ਗਰੁੱਪ ਹੀ ਲਿਆ। ਹੁਣ ਇਹਦਾ ਸਾਈਜ਼ ਕੀ ਆ ਦੇਖੋ, ਇਹ ਬਲਕੀ ਗਰੁੱਪ ਆ, ਇਹ ਛੋਟਾ, ਇਹ ਵੀ ਛੋਟਾ। ਇੱਧਰੋਂ ਹੁਣ ਨਿਊਕਲੀਓਫਾਈਲ ਨੇ ਅਟੈਕ ਕਰਨਾ ਹੈ ਕਿਉਂਕਿ 2 ਸਟੈਪ ਉਹ ਸਿੰਗਲ ਸਟੈਪ ਰਿਐਕਸ਼ਨ ਆ, ਬਾਈ ਮੋਲੀਕਿਊਲਰ ਆ। ਹੁਣ ਤੁਸੀਂ ਦੇਖੋ ਇੱਧਰ ਛੋਟੇ ਛੋਟੇ ਆ, ਇਹ ਵਧੀਆ ਅਟੈਕ ਕਰ ਸਕਦਾ ਕਿ ਇਹ ਵਾਲਾ ਵਧੀਆ ਅਟੈਕ ਕਰੂਗਾ। ਜਿੰਨਾ ਛੋਟਾ ਆ ਉਨਾ ਅਟੈਕ ਜਲਦੀ ਹੋਊਗਾ, ਈਜ਼ਲੀ ਹੋਊਗਾ। ਜਿੰਨਾ ਅਟੈਕ ਜਲਦੀ ਹੁੰਦਾ ਪਿਆ, ਰਿਐਕਸ਼ਨ ਕੀ ਹੋਣੀ ਆ, ਰਿਐਕਸ਼ਨ ਫਾਸਟ ਹੋਊਗੀ। ਜਿੰਨੀ ਰਿਐਕਸ਼ਨ ਫਾਸਟ ਹੁੰਦੀ ਪਈ ਆ ਉਨਾ ਇਹ ਕੀ ਹੋਊਗਾ, ਜ਼ਿਆਦਾ ਰਿਐਕਟਿਵ। ਠੀਕ ਹੈ, ਜੇ ਆਪਾਂ ਥੋੜਾ ਕੁ ਹੋਰ ਚੱਲੀਏ, ਹੁਣ ਅੱਗੇ ਇੱਕ ਹੋਰ ਬਣਾ ਲਈਏ C। ਇੱਧਰ ਵੀ ਹੁਣ ਦੇਖੋ ਮਿਥਾਈਲ ਲਾ ਦਿਓ, ਇੱਧਰ ਹਾਈਡਰੋਜਨ ਲਾ ਦਿਓ, ਇੱਧਰ ਤਾਂ X ਹੀ ਹੈ, ਇੱਧਰ ਵੀ ਇੱਕ ਮਿਥਾਈਲ ਗਰੁੱਪ ਲਾ ਦਿਓ, ਇੱਧਰ ਵੀ ਬਲਕੀ ਆ, ਵੀ ਬਲਕੀ ਗਰੁੱਪ। ਹੁਣ ਇਹਦੇ ਵਿੱਚੋਂ ਵੀ ਨਿਊਕਲੀਓਫਾਈਲ ਨੇ ਅਟੈਕ ਕਰਨਾ ਹੈ। ਹੁਣ ਇਹਦੇ ਵਿੱਚ ਨਿਊਕਲੀਓਫਾਈਲ ਦਾ ਅਟੈਕ ਕਰਨਾ ਹੋਰ ਔਖਾ ਹੋ ਗਿਆ ਕਿਉਂਕਿ ਲਾਰਜ ਗਰੁੱਪ ਇੱਧਰ ਆ ਗਿਆ। ਜਿੰਨਾ ਸਾਈਜ਼ ਛੋਟਾ ਹੈ ਨਿਊਕਲੀਓਫਾਈਲ ਈਜ਼ਲੀ ਅਟੈਕ ਕਰ ਰਿਹਾ ਹੈ, ਜਿੰਨਾ ਇਹਨਾਂ ਦਾ ਸਾਈਜ਼ ਵੱਡਾ ਹੋਈ ਜਾਂਦਾ ਹੈ ਨਿਊਕਲੀਓਫਾਈਲ ਲਈ ਅਟੈਕ ਕਰਨਾ ਔਖਾ ਹੋ ਜਾਂਦਾ ਆ। ਠੀਕ ਹੈ, ਤੁਸੀਂ ਇਹਦੇ ਵਿੱਚ ਜਿਹੜੀ ਆਪਾਂ ਸਾਇੰਟੀਫਿਕ ਟਰਮਸ ਲਿਖਣੀਆਂ ਆ, ਆਪਾਂ ਇਹਦੇ ਵਿੱਚ ਲਿਖਣੀਆਂ ਕਿ ਜਿੱਦਾਂ ਜਿੱਦਾਂ ਬਲਕੀ ਗਰੁੱਪ ਆ ਜਾਂਦੇ ਆ, ਬਲਕੀ ਗਰੁੱਪ ਮੀਨਸ ਵੱਡੇ ਗਰੁੱਪ। ਇਹ ਤੋਂ ਅਗਲਾ ਵੀ ਬਣਾ ਦੇਣਾ, ਇਹ ਉਸ ਤੋਂ ਵੀ ਘੱਟ ਰਿਐਕਟਿਵ ਆ, ਜਿਹੜਾ ਸਭ ਤੋਂ ਘੱਟ ਰਿਐਕਟਿਵ ਉਹ ਵੀ ਬਣਾ ਦਿੰਦੇ ਆ। ਇੱਧਰ ਵੀ CH3, ਇੱਧਰ ਵੀ CH3। ਠੀਕ ਹੈ, ਇੱਧਰ ਵੀ CH3 ਹੋਣਾ ਹੈ, ਇੱਧਰਲੇ ਪਾਸੇ ਆ 'ਚ 3 ਵੱਡੇ ਗਰੁੱਪ ਆ ਗਏ। ਠੀਕ ਹੈ, ਇਹਦੇ ਵਿੱਚ ਹੁਣ ਅਟੈਕ ਕਰਨਾ ਹੋਰ ਔਖਾ ਹੋ ਜਾਣਾ ਹੈ। ਗੱਲ ਸਮਝ ਲੱਗੀ। ਜਿੰਨਾ ਛੋਟਾ ਆ ਨਿਊਕਲੀਓਫਾਈਲ ਜਲਦੀ ਅਟੈਕ ਕਰੂਗਾ, ਜਿੰਨਾ ਨਿਊਕਲੀਓਫਾਈਲ ਈਜ਼ਲੀ ਅਟੈਕ ਕਰ ਰਿਹਾ ਆ ਉਨੀ ਜਲਦੀ ਰਿਐਕਸ਼ਨ ਹੋਣੀ ਹੈ। ਜਿੰਨੀ ਜਲਦੀ ਰਿਐਕਸ਼ਨ ਹੋਊਗੀ ਉਨਾ ਜ਼ਿਆਦਾ ਰਿਐਕਟਿਵ ਹੋਊਗਾ। ਠੀਕ ਹੈ, ਤੁਸੀਂ ਇਹਦੇ ਵਿੱਚ ਲਿਖਣਾ ਕਿ ਜਿੱਦਾਂ ਜਿੱਦਾਂ ਬਲਕੀ ਗਰੁੱਪ ਇਨਕਰੀਜ਼ ਹੋਈ ਜਾਂਦੀ ਹੈ, ਬਲਕੀ ਗਰੁੱਪ ਮੀਨਸ ਗਰੁੱਪ ਵੱਡੇ ਹੋਈ ਜਾਂਦੀ ਹੈ, ਐਲਕਾਈਲ ਗਰੁੱਪ ਆਈ ਜਾਂਦੀ ਹੈ। ਠੀਕ ਹੈ, ਸਟੇਰਿਕ ਹਿੰਡਰੈਂਸ ਵੱਧ ਜਾਂਦੀ ਹੈ, ਸਟੇਰਿਕ ਹਿੰਡਰੈਂਸ ਇਨਕਰੀਜ਼ ਹੋ ਜਾਂਦੀ। ਸਟੇਰਿਕ ਹਿੰਡਰੈਂਸ ਨੂੰ ਆਪਾਂ ਕਹਿ ਸਕਦੇ ਕਿ ਰਸ਼ ਵੱਧ ਗਿਆ। ਜੇ ਸਟੇਰਿਕ ਹਿੰਡਰੈਂਸ ਵੱਧ ਗਈ, ਰਸ਼ ਵੱਧ ਗਿਆ, ਜਿਹੜਾ ਨਿਊਕਲੀਓਫਾਈਲ ਦਾ ਅਟੈਕ ਕਰਨਾ ਡਿਫਿਕਲਟ ਹੋ ਜਾਂਦਾ। ਬਲਕੀ ਗਰੁੱਪ ਆ ਗਿਆ, ਉਹਦੇ ਨਾਲ ਕੀ ਆ ਗਿਆ, ਸਟੇਰਿਕ ਹਿੰਡਰੈਂਸ। ਠੀਕ ਹੈ ਨਾ। ਦੈਨ ਫॉर ਨਿਊਕਲੀਓਫਾਈਲ ਠੀਕ ਹੈ, ਫॉर ਨਿਊਕਲੀਓਫਾਈਲ ਅਟੈਕ ਬਿਕਮਸ ਡਿਫਿਕਲਟ। ਨਿਊਕਲੀਓਫਾਈਲ ਇਹ ਅਟੈਕ ਕਰਨਾ ਡਿਫਿਕਲਟ ਹੋ ਜਾਂਦਾ ਔਨ ਕਾਰਬਨ ਐਟਮ। ਠੀਕ ਹੈ, ਜਿਹਦੇ ਕਰਕੇ
ਜਿਹੜੀ ਆ ਰਿਐਕਸ਼ਨ ਸਲੋ ਹੋਊਗੀ ਤੇ ਰਿਐਕਟੀਵਿਟੀ ਘਟ ਜਾਊਗੀ। ਤੁਸੀਂ ਯਾਦ ਰੱਖਣਾ ਕਿ ਜਿਹੜਾ SN2 ਰਿਐਕਸ਼ਨ ਆ ਉਹਦੇ ਵਿੱਚ ਸਭ ਤੋਂ ਜਲਦੀ ਜਿਹੜਾ ਰਿਐਕਸ਼ਨ ਦਿੰਦਾ ਉਹ ਦਿੰਦਾ ਮਿਥਾਈਲ ਹਲਾਈਡ, ਠੀਕ ਹੈ, ਇਹਨੂੰ ਵੀ ਪ੍ਰਾਇਮਰੀ ਹੀ ਬੋਲਦੇ ਹੁੰਦੇ ਆ। ਉਹਦੇ ਬਾਅਦ 'ਚ ਜਾਂ ਆਪਾਂ ਬੋਲ ਦਿੰਦੇ ਆ ਸਭ ਤੋਂ ਜ਼ਿਆਦਾ, ਇਹਨੂੰ ਵੀ ਛੱਡ ਦਿਓ ਤੁਸੀਂ, ਪ੍ਰਾਇਮਰੀ ਸੈਕੰਡਰੀ ਆਪਣੇ ਅਕੋਰਡਿੰਗ ਦੇਖ ਲੈਣਾ। ਸਭ ਤੋਂ ਜ਼ਿਆਦਾ ਰਿਐਕਟਿਵ ਕਿਹੜਾ ਹੈ? ਪ੍ਰਾਇਮਰੀ ਆ। ਉਹ ਤੋਂ ਘੱਟ ਸੈਕੰਡਰੀ ਆ। ਸਭ ਤੋਂ ਘੱਟ ਕਿਹੜਾ ਹੈ? ਟਰਸ਼ਰੀ ਹੈ। ਇਹ ਆਰਡਰ ਆਫ ਰਿਐਕਟੀਵਿਟੀ ਫॉर SN2 ਰਿਐਕਸ਼ਨ ਦੇ ਲਈ ਤੁਸੀਂ ਯਾਦ ਰੱਖਣੀ ਆ, ਠੀਕ ਹੈ। ਇਹਦੇ ਵਿੱਚ ਕੁਐਸਚਨ ਇੱਥੋਂ ਹੀ ਬਣਦਾ, ਕੁਐਸਚਨ ਕਿਤੇੋਂ ਬਾਹਰੋਂ ਨਹੀਂ ਆਣਾ, ਠੀਕ ਹੈ। ਤੁਹਾਨੂੰ ਘੁੰਮ ਘੁਮਾ ਕੇ ਇਹ ਕੁਐਸਚਨ ਦੇਖਣ ਨੂੰ ਬਾਰ-ਬਾਰ ਮਿਲਣਾ ਆ, ਠੀਕ ਹੈ। ਇਹਦੇ ਵਿੱਚ ਕੁਐਸਚਨ ਹੋਰ ਕਿਸ ਤਰ੍ਹਾਂ ਦੇ ਆ ਜਾਂਦੇ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਆ। ਜਿੱਦਾਂ ਨਹੀਂ ਤੁਹਾਨੂੰ 2 ਪੇਅਰ ਲਿਖ ਦੇਣੇ ਆ, ਠੀਕ ਹੈ। ਇਸ ਤਰ੍ਹਾਂ ਦਾ ਕੁਐਸਚਨ ਪੇਪਰ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਆ ਕਿ ਇੱਕ ਇਹ ਲਿਖਤਾ ਉਹਨਾਂ ਨੇ, ਠੀਕ ਹੈ, ਐਂਡ ਠੀਕ ਹੈ, ਉਹਨੇ ਕਹਿਣਾ ਆਊਟ ਆਫ these which is more reactive towards SN2 reaction, ठीक है। उन्हें क्या 2 बनाते, उन्हें नीचे लिख देता कि आउट ऑफ these which is more reactive towards SN2 reaction, ਜਾਂ लिख दूंगा which gives reaction faster during SN2 ਮੈਕੈਨਿਜ਼ਮ। ਹੁਣ ਤੁਸੀਂ ਇਹਦੇ ਵਿੱਚ ਦੇਖਣਾ ਕੀ ਆ, ਸਭ ਤੋਂ ਪਹਿਲਾਂ ਤੇ ਇਹਨੂੰ ਸੋਲਵ ਕਰਨ ਲਈ ਤੁਹਾਨੂੰ ਪਤਾ, ਇੰਨਾ ਤਾਂ ਪਤਾ ਹੀ ਹੈ SN2 ਮਤਲਬ ਕਿ ਸਭ ਤੋਂ ਜ਼ਿਆਦਾ ਕਿਹੜਾ ਰਿਐਕਟਿਵ ਆ? ਪ੍ਰਾਇਮਰੀ ਆ। ਉਹ ਤੋਂ ਘੱਟ ਸੈਕੰਡਰੀ ਆ। ਸਭ ਤੋਂ ਘੱਟ ਟਰਸ਼ਰੀ ਆ। ਹੁਣ ਤੁਸੀਂ ਦੇਖਣਾ ਕਿ ਹੈਗੇ ਕਿਹੜੇ ਕਿਹੜੇ ਆ। ਜੇ ਆਪਾਂ ਇਹਨੂੰ ਡਰਾ ਕਰਨਾ ਸ਼ੁਰੂ ਕਰੀਏ, ਕਾਰਬਨ ਇੱਧਰ ਆ, ਠੀਕ ਹੈ, ਇੱਕ ਇੱਧਰ Cl ਲੱਗਾ ਹੋਇਆ, ਇਹਦਾ ਮਤਲਬ ਕਿ ਇਸ ਸਾਈਡ CH3 ਆ, ਇੱਧਰ ਵੀ ਕੀ ਆ? CH3 ਆ, ਇੱਧਰ ਵੀ ਕੀ ਆ? CH3 ਆ। ਇਹ ਨਾਲ ਕਿੰਨੇ ਅਲਕਾਇਲ ਗਰੁੱਪ ਲੱਗੇ ਹੋਏ? 3 ਅਲਕਾਇਲ ਗਰੁੱਪ। ਮਤਲਬ ਇਹ ਕੀ ਆ? ਇਹ ਕੀ ਆ? ਟਰਸ਼ਰੀ ਆ, ਠੀਕ ਹੈ। ਜੇ ਹੁਣ ਆਪਾਂ ਉਹਨੂੰ ਦੇਖੀਏ, ਇੱਕ ਜਿੱਥੇ ਕਾਰਨਰ ਆਹ ਵਾਲੇ ਪੁਆਇੰਟ ਤੇ ਕਾਰਬਨ ਹੈ, ਠੀਕ ਹੈ, CH3 CH2 CH, ਇਹ ਬਣ ਗਿਆ, ਠੀਕ ਹੈ। ਹੁਣ ਇਹਦੇ ਨਾਲ ਦੇਖੋ, ਇੱਕ ਆ ਅਲਕਾਇਲ ਗਰੁੱਪ ਲੱਗਾ ਹੋਇਆ, ਇੱਕ ਇਹ ਅਲਕਾਇਲ ਗਰੁੱਪ ਲੱਗਾ ਹੋਇਆ, ਇੱਕ ਆ ਹਾਈਡਰੋਜਨ ਹੈ, ਇਹਨੂੰ ਤੁਸੀਂ ਉੱਪਰ ਕਰਕੇ ਲਿਖ ਲਓ। ਇਹਦੇ ਨਾਲ 2 ਅਲਕਾਇਲ ਗਰੁੱਪ ਆ, ਇੱਕ ਹਾਈਡਰੋਜਨ ਆ। ਮਤਲਬ ਇਹ ਕੀ ਹੈ? ਇਹ ਹੈਗਾ ਹੈ ਸੈਕੰਡਰੀ, ਠੀਕ ਆ। ਹੁਣ ਦੇਖੋ ਇਹਨਾਂ ਚੋਂ ਸੈਕੰਡਰੀ ਤੇ ਟਰਸ਼ਰੀ ਚੋਂ SN2 ਰਿਐਕਸ਼ਨ ਪਹਿਲਾਂ ਕੌਣ ਦਊਗਾ? SN2 ਰਿਐਕਸ਼ਨ ਦੇਣੀ ਹੈ ਪਹਿਲਾਂ ਸੈਕੰਡਰੀ ਨੇ। ਤੁਸੀਂ ਇਹਦੇ ਨੀਚੇ ਲਿਖ ਦੇਣਾ ਦਿਸ ਇਜ਼ ਮੋਰ ਰਿਐਕਟਿਵ, ਮੋਰ ਰਿਐਕਟਿਵ, ਠੀਕ ਹੈ। ਇਸ ਤਰ੍ਹਾਂ ਬੱਚੇ ਇਹਨਾਂ ਨੂੰ ਕਰਨਾ। ਇੱਕ ਹੋਰ ਚੀਜ਼, ਜਿਹੜਾ ਮੋਰ ਰਿਐਕਟਿਵ ਹੁੰਦਾ ਨਾ ਉਹ ਲੈਸ ਸਟੇਬਲ ਹੁੰਦਾ ਆ, ਠੀਕ ਹੈ। ਜਿਹੜਾ ਰਿਐਕਟੀਵਿਟੀ ਤਾਂ ਸਟੇਬਿਲਿਟੀ ਆ ਨਾ, ਇਹ ਓਪੋਜ਼ਿਟ ਆ। ਰਿਐਕਟੀਵਿਟੀ ਤੇ ਸਟੇਬਿਲਿਟੀ ਦਾ ਇਨਵਰਸ ਰਿਲੇਸ਼ਨ ਆ, ਠੀਕ ਹੈ। ਰਿਐਕਟੀਵਿਟੀ ਤੇ ਸਟੇਬਿਲਿਟੀ ਓਪੋਜ਼ਿਟ ਆ। ਜੇ ਰਿਐਕਟਿਵ ਜ਼ਿਆਦਾ ਹੋਊਗਾ ਤੇ ਘੱਟ ਸਟੇਬਲ ਹੋਣਾ ਆ, ਜੇ ਲੈਸ ਰਿਐਕਟਿਵ ਆ ਤੇ ਮੋਰ ਸਟੇਬਲ ਹੋਣਾ। ਇਹ ਵੀ ਚੀਜ਼ ਯਾਦ ਰੱਖਣੀ ਹੈ, ਠੀਕ ਹੈ। ਇੱਕ ਹੋਰ ਚੀਜ਼ ਦੇਖ ਲਓ, ਜੇ ਆਹ ਵਾਲੇ ਪੁਆਇੰਟਸ ਤੇ ਕੁਛ ਨਾ ਲੱਗਾ ਹੋਵੇ, ਕੋਈ ਵੀ ਮਤਲਬ ਕਿ ਕੁਛ ਨਹੀਂ ਲੱਗਾ, ਨਾ H ਲਿਖਿਆ ਨਾ Cl ਲਿਖਿਆ, ਫਿਰ ਇੱਥੇ ਕਾਰਬਨ ਹੋਣੀ ਹੈ, ਠੀਕ ਹੈ। ਜਿੱਦਾਂ ਇੱਥੇ ਹੁਣ Cl ਲਿਖ ਦਿੱਤਾ ਹੋਇਆ ਤਾਂ ਮਤਲਬ ਇੱਥੇ ਕੁਛ ਨਹੀਂ ਗਏ, ਆਹ ਕਾਰਬਨ ਦੇ ਨਾਲ ਅੱਗੇ Cl ਜੁੜਿਆ ਹੋਇਆ ਹੈ, ਠੀਕ ਹੈ। ਇਹ ਤੁਹਾਨੂੰ ਬਣਾਉਣੇ ਆਣੇ ਚਾਹੀਦੇ ਆ। ਇਹ ਜੇ ਨਹੀਂ ਆਉਂਦੇ ਤਾਂ ਇਹ ਵੀਡੀਓਜ਼ ਤੁਸੀਂ ਦੇਖ ਸਕਦੇ ਆ, ਜਿਹੜੀ ਨੇਮਿੰਗ ਆ ਉਹਦੇ ਵਿੱਚੋਂ ਤੁਹਾਨੂੰ ਇਹ ਵੀਡੀਓਜ਼ ਮਿਲ ਜਾਣੀਆਂ, ਠੀਕ ਹੈ। ਤੇ ਇਸ ਤਰ੍ਹਾਂ ਕਰਨਾ ਆ ਰਿਐਕਸ਼ਨ। ਇੱਦਾਂ ਹੀ ਇਹਦੇ ਅਕੋਰਡਿੰਗ SN1 ਦੇ ਅਕੋਰਡਿੰਗ ਵੀ ਪੁੱਛ ਸਕਦੇ। ਚਲੋ ਇੱਕ ਹੋਰ ਕਰ ਲੈਂਦੇ ਹਾਂ ਹੁਣ, ਜੇ ਲੱਗਾ ਹੀ ਆ ਤਾਂ ਕਰਨ। ਹੁਣ ਕਹਿੰਦਾ ਇਹਨਾਂ ਦੋਨਾਂ ਦੇ ਵਿੱਚੋਂ SN2 ਲਈ ਕਿਹੜਾ ਜ਼ਿਆਦਾ ਰਿਐਕਟਿਵ ਆ, ਠੀਕ ਹੈ।
ਹੁਣ ਇਹਨੂੰ ਇਹ ਮੈਂ ਤਾਂ ਹੀ ਕਰਵਾਉਣ ਲੱਗਾ ਕਿ ਜੇ ਮਾੜੀ ਮੋਟੀ ਕਨਫਿਊਜ਼ਨ ਆ ਤੇ ਉਹ ਦੂਰ ਹੋ ਜਾਵੇ। ਜਿੱਥੇ ਜਿੱਥੇ ਪਹਿਲਾਂ ਇਦਾਂ ਹੀ ਬਣਾ ਲਓ, ਠੀਕ ਹੈ। ਇੱਥੇ ਕਾਰਬਨ ਆ, ਇੱਕ ਇੱਥੇ ਕਾਰਬਨ ਆ, ਇੱਕ ਆਹ ਸਾਈਡ ਤੇ ਕਾਰਬਨ ਆ, ਇੱਥੇ ਹਾਈਡਰੋਜਨ ਲੱਗੀ ਹੋਈ, ਇੱਥੇ ਕੋਈ ਕਾਰਬਨ ਨਹੀਂ, ਠੀਕ ਹੈ। ਹੁਣ ਇਹਦੇ ਵਿੱਚ ਇੱਕ ਬੌਂਡ ਲੱਗਾ ਹੋਇਆ, 3 ਇਹ ਲਗਾ ਦਿਓ, 2 ਬੌਂਡ ਲੱਗੇ ਹੋਏ, 2 ਹਾਈਡਰੋਜਨ ਲਗਾ ਦਿਓ, 1 2 3 ਇੱਕ ਹੋਰ ਹਾਈਡਰੋਜਨ ਲਗਾ ਦਿਓ, ਠੀਕ ਹੈ। ਹੁਣ ਇਹਨੂੰ ਕਿਸ ਤਰ੍ਹਾਂ ਲਿਖ ਸਕਦੇ ਆ, CH3 CH2 C, ਇੱਧਰ ਵੀ H ਆ, ਇੱਧਰ ਵੀ H ਆ, ਨਾਲ ਕੀ ਲੱਗਾ ਹੋਇਆ Cl। ਜੇ ਹੁਣ ਇਹਦੀ ਗੱਲ ਕਰੀਏ, ਇਹਨੂੰ ਵੀ ਪਹਿਲਾਂ ਇਸੇ ਤਰ੍ਹਾਂ ਹੀ ਲਿਖ ਲਓ। ਇੱਥੇ ਕਾਰਬਨ ਆ, ਇੱਕ ਇੱਧਰ ਕਾਰਬਨ ਆ, ਇੱਕ ਇੱਧਰ ਕਾਰਬਨ, ਇੱਧਰ 3 ਹਾਈਡਰੋਜਨ ਆ, ਇੱਧਰ ਵੀ 3 ਹਾਈਡਰੋਜਨ ਲਗਾ ਦਿਓ, ਇੱਕ ਬੌਂਡ ਬਣਿਆ, ਇੱਧਰ 1 2 3 4 ਪੂਰੀਆਂ ਹੀ ਆ, ਮਤਲਬ ਇਹ ਕੀ ਆ Cl। ਹੁਣ ਇਹਨਾਂ ਦੇ ਵਿੱਚ ਦੇਖ ਲਓ ਬੱਚੇ, ਇਹਦੇ ਨਾਲ ਇੱਕ ਅਲਕਾਈਲ ਗਰੁੱਪ ਲੱਗਾ ਹੋਇਆ, ਮਤਲਬ ਇਹ ਪ੍ਰਾਇਮਰੀ ਹੈ। ਇਹਦੇ ਨਾਲ ਕਿੰਨੇ ਅਲਕਾਈਲ ਗਰੁੱਪ ਲੱਗੇ ਹੋਏ ਆ, 2 ਅਲਕਾਈਲ ਗਰੁੱਪ, ਮਤਲਬ ਸੈਕੰਡਰੀ। ਕਿਹੜਾ ਜ਼ਿਆਦਾ ਰਿਐਕਟਿਵ ਹੋਗਾ, ਪ੍ਰਾਇਮਰੀ। ਇਹ ਕਿਆ, ਦਿਸ ਇਜ਼ ਮੋਰ ਰਿਐਕਟਿਵ, ਠੀਕ ਹੈ ਬੱਚੇ। ਇਸ ਤਰ੍ਹਾਂ ਚੱਲਣਾ, ਬੜਾ ਸੌਖਾ ਜਿਹਾ ਹੀ ਕੰਮ ਆ, ਕੋਈ ਜ਼ਿਆਦਾ ਔਖਾ ਕੰਮ ਨਹੀਂਗਾ, ਬਸ ਥੋੜਾ ਧਿਆਨ ਦੇਣਾ ਹੈ, ਠੀਕ ਹੈ। ਇਹਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਤੁਹਾਨੂੰ ਜ਼ਰੂਰ ਮਿਲਦਾ ਹੁੰਦਾ ਹੈ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਕਰ ਲਓ ਤੇ ਅਗਲਾ ਜਿਹੜਾ ਹੁਣ ਆਪਾਂ SN1 ਆ ਉਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਠੀਕ ਹੈ ਬੇਟਾ।